श्री अकाल जी। मैं दिलमोहनजीत सिंह कीटो पंजाबी चैनल वालों आप सब का स्वागत करदा जी। मेरी आप सब ਨੂੰ ਸਭ ਤੋਂ ਪਹਿਲਾਂ ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਨਾਲ ਬੈਲ ਆਈਕਨ ਦਾ ਬਟਨ ਵੀ ਆਲ ਦੇ ਉੱਤੇ ਸੈੱਟ ਕਰ ਦਿਓ ਤਾਂ ਜੋ ਤੁਹਾਨੂੰ ਮੇਰੀਆਂ ਨਵੇਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਅਤੇ ਤੁਸੀਂ ਮੇਰੇ ਵੀਡੀਓਜ਼ ਨੂੰ ਦੇਖ ਕੇ ਕੀਟੋ ਡਾਈਟ ਬਾਰੇ ਭਰਪੂਰ ਜਾਣਕਾਰੀ ਲੈ ਸਕੋ। ਸੋ ਜੀ ਅੱਜ ਆਪਾਂ ਗੱਲ ਕਰਦੇ ਹਾਂ ਵਾਟ ਇਜ਼ ਦਾ ਆਈਡੀਅਲ weight। ਆਪਣਾ ਬੋਡੀ weight ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹ ਕਿੰਨਾ ਹੋਣਾ ਚਾਹੀਦਾ। ਮਤਲਬ ਨੋਰਮਲੀ ਸਾਨੂੰ ਇਹ ਚੀਜ਼ ਦੱਸੀ ਜਾਂਦੀ ਹੈ ਕਿ ਸਾਡਾ ਜਿਹੜਾ ਬੋਡੀ weight ਹੈ ਸਾਡੀ ਜਿੰਨੀ ਹਾਈਟ ਹੁੰਦੀ ਹੈ ਹਾਈਟ ਦੇ ਅਕੋਰਡਿੰਗਲੀ ਲਾਈਕ ਮੰਨ ਲਓ ਸਾਡੀ 150 ਸੈਂਟੀਮੀਟਰ ਮੰਨ ਲਓ ਹਾਈਟ ਹੈਗੀ ਆ ਤਾਂ ਉਹਦੇ ਵਿੱਚੋਂ 100 ਮਾਈਨਸ ਕਰ ਲਓ, ਠੀਕ ਹੈ, ਤਾਂ ਜਿੰਨਾ ਬਚ ਜਾਵੇਗਾ ਓਨਾ ਹੀ ਤੁਹਾਡਾ weight ਹੋਣਾ ਚਾਹੀਦਾ। ਜੇ ਆਪਾਂ ਮੈਡੀਕਲੀ ਸਾਇੰਟੀਫਿਕਲੀ ਜਿਵੇਂ ਸਾਨੂੰ ਦੱਸਿਆ ਜਾਂਦਾ ਵੀ ਜੇ ਅਸੀਂ ਉਸ ਚੀਜ਼ ਦੀ ਗੱਲ ਕਰੀਏ, ਮੰਨ ਲਵੋ ਜੇ ਮੇਰੀ ਹਾਈਟ 220 ਸੈਂਟੀਮੀਟਰ ਆ ਤਾਂ ਉਹਦੇ ਚੋਂ ਜੇ ਤੁਸੀਂ 100 ਮਾਈਨਸ ਕਰੋਗੇ ਤਾਂ 120 ਬਚ ਗਿਆ। ਸੋ 120 ਕਿਲੋ ਮੇਰਾ ਭਾਰ ਹੋਣਾ ਚਾਹੀਦਾ। ਮਤਲਬ ਇੱਕ ਮੈਂ ਉਦਾਹਰਣ ਦੇ ਰਿਹਾ, ਮੰਨ ਲਓ ਜਿਵੇਂ ਤੁਹਾਡੀ ਜੇ ਹਾਈਟ 170 ਸੈਂਟੀਮੀਟਰ ਹੈਗੀ ਆ ਤਾਂ ਉਹਦੇ ਵਿੱਚੋਂ ਜੇ ਆਪਾਂ 100 ਮਾਈਨਸ ਕਰਾਂਗੇ ਤਾਂ ਬਾਕੀ ਜੋ ਬਚੇਗਾ ਉਸੇ weight ਨੂੰ ਤੁਹਾਡਾ ਆਈਡੀਅਲ weight ਮੰਨਿਆ ਜਾਂਦਾ ਹੈ ਜੇ ਅਸੀਂ ਸਾਇੰਸ ਦੇ ਉੱਤੇ ਜਾਈਏ। ਪਰ ਜਿਹੜੀ ਕੀਟੋ ਡਾਈਟ ਹੈ, ਕੀਟੋ ਡਾਈਟ ਦੇ ਵਿੱਚ ਅਸੀਂ ਜੇ ਕੁਦਰਤ ਦੇ ਉੱਤੇ ਜਾਈਏ, ਜੇ ਨੇਚਰ ਦੇ ਉੱਤੇ ਜਾਈਏ ਤਾਂ ਇਹ ਚੀਜ਼ ਕੀਟੋ ਜਿਹੜੀ ਡਾਈਟ ਹੈ ਉਹ ਇਸ ਚੀਜ਼ ਨੂੰ ਨਹੀਂ ਮੰਨਦੀ ਕਿ ਆਈਡੀਅਲ weight ਸਾਡਾ ਉਸੇ ਚੀਜ਼ ਨੂੰ 100 ਮਾਈਨਸ ਕਰੀਏ ਤਾਂ ਤੁਹਾਡੇ ਸੈਂਟੀਮੀਟਰਸ ਚੋਂ ਤਾਂ ਉਨਾ ਹੀ weight ਹੋਣਾ ਚਾਹੀਦਾ ਹੈ। ਐਕਚੁਅਲ ਗੱਲ ਕੀ ਹੁੰਦੀ ਆ, ਇਹ ਆਈਡੀਅਲ weight ਹੁੰਦਾ ਕੀ ਆ? ਆਈਡੀਅਲ weight ਉਹ ਹੁੰਦਾ ਚਾਹੇ ਉਹ 1 ਕੁਇੰਟਲ ਭਾਰ ਹੋਵੇ ਚਾਹੇ ਉਹ 1.25 ਕੁਇੰਟਲ ਭਾਰ ਹੋਵੇ, ਪਰ ਉਹ ਆਈਡੀਅਲ weight ਉਹ ਹੁੰਦਾ ਕਿ ਸਾਨੂੰ ਉਹ ਭਾਰ ਚੱਕਣਾ, ਸਾਨੂੰ ਉਸ ਭਾਰ ਨੂੰ ਚੱਕਣ ਦੇ ਵਿੱਚ ਮਸ਼ੱਕਤ ਨਾ ਕਰਨੀ ਪਵੇ, ਠੀਕ ਹੈ ਨਾ। ਮਤਲਬ ਕਿ ਅਸੀਂ ਜਿਹੜੇ ਸਾਡੇ ਡੇਲੀ ਦੇ ਰੂਟੀਨ ਦੇ ਜਿਹੜੇ ਕੰਮ ਹੈਗੇ ਆ ਸਾਨੂੰ ਉਹ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਆਵੇ, ਠੀਕ ਹੈ। ਸਾਡੀ ਜਿਹੜੀ ਕਨਸੈਂਟਰੇਸ਼ਨ ਆ, ਸਾਡਾ ਮਾਈਂਡ ਆ, ਉਹ ਪੂਰਾ ਫੋਕਸਲੀ ਕੰਮ ਕਰਦਾ ਹੋਵੇ। ਸੋ ਉਸੇ ਚੀਜ਼ ਨੂੰ ਅਸੀਂ ਆਈਡੀਅਲ weight ਮੰਨਦੇ ਹਾਂ ਕੀਟੋ ਡਾਈਟ ਦੇ ਵਿੱਚ, ਠੀਕ ਹੈ ਨਾ। ਸੋ ਇਹਦਾ ਮਤਲਬ ਇਹ ਨਹੀਂ ਹੈ ਜਿੱਦਾਂ ਮੈਂ ਕਹਾਂ ਮੈਂ ਜਦੋਂ ਓਵਰਵੇਟ ਬਹੁਤ ਜ਼ਿਆਦਾ ਸੀਗਾ, ਹਜੇ ਵੀ ਹੈਗਾ ਮੈਂ ਓਵਰਵੇਟ, ਨੋ ਡਾਊਟ। ਜੇ ਆਪਾਂ ਸਾਇੰਸ ਨੂੰ ਮੰਨੀਏ ਤਾਂ ਜਿਹਨੂੰ ਆਪਾਂ ਇੱਕ ਆਈਡੀਅਲ weight ਉਵੇਂ ਕਹਿੰਦੇ ਆ। ਪਰ ਕੱਲ ਗੱਲ ਕੀ ਸੀ, ਜਦੋਂ ਮੈਂ 165 ਕਿਲੋ ਤੋਂ ਆਪਣੀ ਜਰਨੀ ਸ਼ੁਰੂ ਕੀਤੀ, ਵਾਪਸ ਮੁੜਿਆ ਮੈਂ ਪਿੱਛੇ ਨੂੰ, ਤਾਂ ਉਸ ਟਾਈਮ ਤੇ 165 ਦਾ ਜਦੋਂ ਮੈਂ ਹੁੰਦਾ ਸੀ ਤਾਂ ਮੈਂ ਇਹ ਸੋਚਦਾ ਹੁੰਦਾ ਸੀਗਾ ਕਿ ਮੈਂ ਇੰਨਾ ਭਾਰ, ਪਹਿਲੀ ਗੱਲ ਤਾਂ ਮੈਂ ਇੰਨਾ ਭਾਰ ਘਟਾਊਂਗਾ ਕਿਵੇਂ। ਫਿਰ ਦੂਸਰੀ ਗੱਲ ਮੈਂ ਇਹ ਸੋਚਦਾ ਹੁੰਦਾ ਸੀ ਕਿ ਯਾਰ ਮੈਂ 65 ਕਿਲੋ 70 ਕਿਲੋ ਇੰਨੇ ਮੈਂ ਘਟਾਉਣੇ ਹੀ ਆ ਕਿ ਮੈਂ ਅੰਡਰ 100 ਆ ਜਾਵਾਂ, ਠੀਕ ਹੈ। ਮੈਂ ਹੌਲੀ ਵਾਪਸ ਆ ਰਿਹਾ ਹੈਗਾ। ਪਰ ਚੀਜ਼ ਕੀ ਆ ਕਿ ਮੈਂ ਜਦੋਂ 120 125 ਤੇ ਆਇਆ ਤਾਂ ਮੇਰੀ ਬੋਡੀ ਮਤਲਬ ਬਹੁਤ ਹਲਕੀ ਜਾਪਣ ਲੱਗੀ। ਮੈਨੂੰ ਸਾਰੇ ਕੰਮ ਮੈਨੂੰ ਕਰਨੇ ਬਹੁਤ ਆਸਾਨ ਹੋ ਗਏ, ਠੀਕ ਹੈ। ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ, ਮੈਂ ਫੋਕਸਡ ਹੋ ਗਿਆ ਮੇਰੇ ਕੰਮਾਂ ਦੇ ਵਿੱਚ। ਮੇਰੀ ਕਨਸੈਂਟਰੇਸ਼ਨ ਜਿਹੜੀ ਸੀਗੀ ਉਹ ਮੈਂ ਇੱਧਰ ਉੱਧਰ ਨੂੰ ਨਹੀਂ ਭੱਜਦਾ ਸੀਗਾ, ਜਿੱਦਾਂ ਮੈਂ ਡਿਪਰੈਸ਼ਨ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ ਕਿ ਚਾਹੇ ਮੈਂ ਕੋਈ ਅੱਛੀ ਚੀਜ਼ ਵੀ ਕਰਨ ਜਾਂਦਾ ਸੀ ਪਰ ਮੇਰੇ ਦਿਮਾਗ 'ਚ ਸਿਰਫ ਨੈਗੇਟਿਵ ਥਾਟਸ ਹੀ ਆਉਂਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। ਪਰ ਉਹ ਜਦੋਂ ਮੇਰਾ 30-35 ਕਿਲੋ ਘਟੇ, ਜਦੋਂ ਮੈਂ 125 ਤੇ ਆਇਆ ਤਾਂ ਉਹ ਇੱਕਦਮ ਚੀਜ਼ ਹੀ ਮੇਰਾ weight ਜਿਹੜਾ ਓਵਰਵੇਟ ਦੇ ਪਾਸਿਓਂ ਮੇਰਾ ਖਿਆਲ ਹੀ ਹਟ ਗਿਆ, ਠੀਕ ਹੈ ਨਾ। ਤਾਂ ਮੇਰਾ ਜਿਹੜਾ weight 125 ਕਿਲੋ ਹੀ weight ਮੈਨੂੰ ਮੇਰੇ ਤੇ ਬੋਝ ਨਹੀਂ ਲੱਗਿਆ। ਜਿਹੜਾ ਮੈਨੂੰ ਪਹਿਲਾਂ ਬੋਝ ਲੱਗਦਾ ਹੁੰਦਾ ਸੀਗਾ ਉਹ ਮੈਨੂੰ ਬਹੁਤ ਹੀ ਆਸਾਨ ਜਾਪਣ ਲੱਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਈਡੀਅਲ weight ਜਿਹੜਾ ਹੁੰਦਾ, ਠੀਕ ਹੈ, ਸਭ ਦਾ ਆਪਦਾ ਟਾਰਗੇਟ ਹੁੰਦਾ ਕਿ ਜੀ ਮੈਂ ਇਸ weight ਤੇ ਆਉਣਾ ਜਾਂ ਮੈਂ ਇਸ ਸਾਈਜ਼ ਤੇ ਆਉਣਾ। ਜੇ ਮੈਂ 3XL ਹੁਣ ਹੈਗਾ ਤਾਂ ਮੈਂ XL ਤੇ ਆਉਣਾ, ਜੇ ਮੈਂ 2XL ਹੈਗਾ ਤਾਂ ਮੈਂ ਲਾਰਜ ਤੇ ਆਉਣਾ, ਠੀਕ ਹੈ ਨਾ। ਸੋ ਉਹ ਸਭ ਦਾ ਇੱਕ ਆਪਣਾ ਟਾਰਗੇਟ ਹੁੰਦਾ। ਪਰ ਤੁਸੀਂ ਇਹ ਚੀਜ਼ ਨੂੰ ਲੈ ਕੇ ਨਹੀਂ ਚੱਲਣਾ ਕਿ ਮੈਂ ਉਸ ਜਗ੍ਹਾ ਤੇ ਉਵੇਂ ਹੀ ਪਹੁੰਚਣਾ, ਕਿਉਂਕਿ ਨੇਚਰ ਆ, ਕੁਦਰਤ ਹੈ ਜਿਹੜੀ, ਠੀਕ ਹੈ ਨਾ। ਜਦੋਂ ਤੁਸੀਂ ਆਪਣੇ ਸਰੀਰ ਨੂੰ ਕੁਦਰਤੀ ਖਾਣੇ ਦੇਣੇ ਸ਼ੁਰੂ ਕਰਤੇ, ਠੀਕ ਹੈ, ਆਟੋਮੈਟਿਕਲੀ ਜਿਹੜੀ ਤੁਹਾਡੀ ਬੋਡੀ ਹੈ ਆਟੋਮੈਟਿਕਲੀ
ਜਿਹੜੀ ਨੇਚਰ ਆ, ਨੇਚਰ ਦੇ ਜਿਹੜੇ ਰੂਲਸ ਆ ਉਹਨਾਂ ਨੂੰ ਫੋਲੋ ਕਰਨ ਲੱਗੂਗੀ। ਠੀਕ ਹੈ, ਕਿਉਂਕਿ ਪਹਿਲਾਂ ਅਸੀਂ ਅਨਨੈਚੁਰਲ ਡਾਈਟਸ, ਪ੍ਰੀਜ਼ਰਵਡ ਆਹ ਜਿਹੜੇ ਪ੍ਰੋਸੈਸਡ ਫੂਡ ਜਿੰਨੇ ਵੀ ਆ ਡੱਬਿਆਂ 'ਚ ਬੰਦ ਆਉਂਦੇ, ਪੈਕਟਾਂ ਦੇ ਵਿੱਚ ਆਉਂਦੇ, ਫੈਕਟਰੀਆਂ 'ਚੋਂ ਬਣ ਕੇ ਆਉਂਦੇ ਆ, ਦਿਖਣ ਨੂੰ ਸੋਹਣੇ ਬਹੁਤ ਲੱਗਦੇ ਆ, ਉਹ ਅਸੀਂ ਉਹਨਾਂ ਦੇ ਉੱਤੇ ਨਿਰਭਰ ਕਰ ਰਹੇ ਸੀਗੇ ਅਨਨੈਚੁਰਲ ਚੀਜ਼ਾਂ ਤੇ। ਠੀਕ ਹੈ ਨਾ, ਸੋ ਉਹ ਬਾਡੀ ਵੀ ਸਾਡੀ ਅਨਨੈਚੁਰਲ ਬਿਹੇਵੀਅਰ ਕਰ ਰਹੀ ਸੀਗੀ। ਠੀਕ ਹੈ ਨਾ, ਉਹ ਇਸੇ ਕਰਕੇ ਈਵਨ ਕਈ ਬੰਦੇ ਓਵਰਵੇਟ ਨਹੀਂ ਵੀ ਹੁੰਦੇ ਪਰ ਸਟਿਲ ਉਹਨਾਂ ਦੀ ਬਾਡੀ, ਕਿਉਂਕਿ ਉਹ ਗਲਤ ਚੀਜ਼ ਬਾਡੀ 'ਚ ਪਾ ਰਹੇ ਆ ਤਾਂ ਉਹ ਬਾਡੀ ਅਨਨੈਚੁਰਲ ਬਿਹੇਵ ਕਰਨਾ ਸ਼ੁਰੂ ਕਰਦੀ ਹੈ। ਬੀਪੀ ਦੀਆਂ ਪ੍ਰੋਬਲਮਸ ਹੋ ਗਈਆਂ, ਪਤਲੇ ਪਤਲੇ ਲੋਕਾਂ ਨੂੰ ਸ਼ੂਗਰ ਨੇ, ਹਨਾ, ਡਿਪਰੈਸ਼ਨ ਨੇ, ਕਿੰਨਾ ਕੁਛ ਆ। ਸੋ ਮੀਨਸ ਇਹ ਹੈ ਕਿ ਆਪਾਂ ਜਦੋਂ ਨੈਚੁਰਲ ਚੀਜ਼ ਤੇ ਆ ਜਾਂਦੇ ਆ ਤਾਂ ਫਿਰ ਸਾਡਾ ਆਟੋਮੈਟਿਕਲੀ ਨੈਚੁਰਲੀ ਤੁਹਾਡਾ ਉਧਰੋਂ ਫੋਕਸ ਹਟ ਕੇ ਤੁਹਾਡੇ ਦੂਸਰੇ ਗੋਲਸ ਵੱਲ ਨੂੰ ਹੋ ਜਾਂਦਾ ਕਿ ਮੈਂ ਆਹ ਵੀ ਕੰਮ ਕਰਨੇ ਆ ਮੇਰੀ ਜ਼ਿੰਦਗੀ 'ਚ, ਮੈਂ ਆਹ ਵੀ ਕੰਮ ਕਰਨੇ ਆ। ਤਾਂ ਉਹ ਜਿਹੜਾ ਇੱਕ ਵੱਡਾ ਤੁਹਾਡਾ ਪ੍ਰੋਬਲਮ ਜਿਹਨੂੰ ਤੁਸੀਂ ਸਮਝਦੇ ਹੋ, ਤੁਸੀਂ ਮੇਰਾ weight, ਉਹ ਚੀਜ਼ ਜਦੋਂ ਤੁਹਾਨੂੰ ਪਤਾ ਲੱਗ ਗਈ, ਇਹ ਜਿਹੜੀ ਟ੍ਰਿਕ ਹੈਗੀ ਹੈ, ਜਿਹੜੀ ਇਹ ਇੱਕ ਜਿਹਨੂੰ ਕਹਿੰਦੇ ਆ ਕਿ ਕੀਟੋ ਦਾ ਰਾਜ਼, ਇੱਕ ਨੇਚਰ ਨਾਲ, ਕੁਦਰਤ ਨਾਲ ਜੁੜਨ ਦਾ ਜਦੋਂ ਰਾਜ਼ ਇਹ ਤੁਹਾਨੂੰ ਪਤਾ ਲੱਗ ਜਾਂਦਾ ਤਾਂ ਤੁਹਾਡਾ ਧਿਆਨ ਖੁਦ ਬ ਖੁਦ ਆਪੇ ਹੀ ਉਸ ਵੱਲੋਂ ਹਟ ਜਾਂਦਾ। ਠੀਕ ਹੈ ਨਾ, ਕਿਉਂਕਿ ਤੁਹਾਨੂੰ ਐਂ ਲੱਗਦਾ ਕਿ ਹੁਣ ਤਾਂ ਮੈਨੂੰ ਸਭ ਪਤਾ ਲੱਗ ਗਿਆ, ਮੈਂ ਚੰਗੇ ਖਾਣੇ ਦੇ ਉੱਤੇ ਚੱਲਿਆ ਗਿਆ, ਮੈਂ ਆਪਣੀਆਂ ਮਨਪਸੰਦ ਦੀਆਂ ਚੀਜ਼ਾਂ ਖਾ ਰਿਹਾ ਤੇ ਮੇਰਾ weight ਆਪੇ ਹੀ ਘਟੀ ਜਾ ਰਿਹਾ। ਠੀਕ ਹੈ, ਸੋ ਆਈਡੀਅਲ weight ਉਹੀ ਹੁੰਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਆਈਡੀਅਲ weight ਆ ਉਹਨੂੰ ਤੁਸੀਂ ਸਾਇੰਟੀਫਿਕਲੀ ਉਹ ਚੀਜ਼ ਨੂੰ ਨਾ ਦੇਖੋ ਕਿ ਇੰਨੀ ਹਾਈਟ ਆ ਤਾਂ ਤੁਹਾਡੇ ਉਹਦੇ ਚੋਂ ਇੰਨਾ ਮਾਈਨਸ ਕਰਕੇ ਤੇ ਮੇਰਾ ਇੰਨਾ weight ਹੋਣਾ ਚਾਹੀਦਾ। ਉਹ ਆਈਡੀਅਲ weight ਨਹੀਂ ਹੁੰਦਾ। ਆਈਡੀਅਲ weight ਉਹ ਹੁੰਦਾ ਜਿਹੜਾ ਕਿ ਸਾਨੂੰ ਬੋਝ ਨਾ ਲੱਗੇ ਸਾਡੇ ਸਰੀਰ ਦੇ ਉੱਤੇ, ਸਾਡੀ ਆਤਮਾ ਤੇ, ਸਾਡੇ ਦਿਮਾਗ ਤੇ। ਠੀਕ ਹੈ ਨਾ, ਉਹਨੂੰ ਆਈਡੀਅਲ weight ਕਹਿੰਦੇ ਆ। ਤੇ ਉਹ ਆਈਡੀਅਲ weight ਜਿਹੜਾ ਹੁੰਦਾ ਉਹ ਤੁਹਾਨੂੰ ਆਪ ਨਹੀਂ ਮੇਜਰ ਕਰਨਾ ਪਊਗਾ। ਉਹ ਕੀਟੋ ਡਾਈਟ ਹੌਲੀ ਹੌਲੀ ਤੁਹਾਨੂੰ ਆਪੇ ਹੀ ਉਸ ਆਈਡੀਅਲ weight ਦੇ ਉੱਤੇ ਲੈ ਆਊਗੀ। ਠੀਕ ਹੈ, ਜਿੰਨੀ ਸਾਨੂੰ ਫੈਟ ਦੀ ਸਰੀਰ 'ਚ ਜ਼ਰੂਰਤ ਹੁੰਦੀ ਆ ਉਨੀ ਇਹਨੇ ਰੱਖ ਲੈਣੀ ਹੈ। ਠੀਕ ਹੈ, ਬਾਕੀ ਦੀ ਇਹਨੇ ਸਾਰੀ ਕੱਢ ਦੇਣੀ ਹੈ। ਉਹਦੇ ਵਿੱਚ ਤੁਹਾਨੂੰ ਜ਼ਬਰਦਸਤੀ ਕੋਈ ਹਾਰਡ ਐਕਸਰਸਾਈਜ਼ ਜਾਂ ਟ੍ਰੇਨਿੰਗਸ ਜਾਂ ਸਪੈਸ਼ਲ ਕੋਰਸਿਸ ਇਹ ਨਹੀਂ ਜੁਆਇਨ ਕਰਨ ਦੀ ਜ਼ਰੂਰਤ ਪੈਣੀ। ਠੀਕ ਹੈ, ਕਿਉਂਕਿ ਸਾਡੀ ਬਾਡੀ ਇੰਨੀ ਕੁ ਜ਼ਿਆਦਾ ਇੰਟੈਲੀਜੈਂਟ ਆ ਇਸ ਚੀਜ਼ ਦੇ ਵਿੱਚ, ਕਿਉਂਕਿ ਉਹ ਲੱਖਾਂ ਸਾਲ ਤੋਂ, ਅਸੀਂ ਅੱਜ ਨਹੀਂ ਬਣੇ ਕਿ ਮੇਰਾ ਆਹ 20 ਸਾਲ 40 ਸਾਲ ਪਹਿਲਾਂ ਜਨਮ ਹੋ ਗਿਆ ਤੇ ਮੈਂ ਹੁਣੇ ਮੇਰਾ ਸਰੀਰ ਹੋਂਦ 'ਚ ਆਇਆ। ਸਾਡਾ ਸਰੀਰ ਹੋਂਦ 'ਚ ਆਏ ਲੱਖਾਂ ਕਰੋੜਾਂ ਸਾਲ ਬੀਤ ਚੁੱਕੇ ਆ। ਤੇ ਉਹ ਜਿਹੜੇ ਸਾਡੇ ਜੀਨਸ ਆ, ਜੀਨਸ ਦੇ ਵਿੱਚ ਮੈਮਰੀ ਹੁੰਦੀ ਹੈ ਜਿਹਨੂੰ ਕਹਿੰਦੇ ਯਾਦਾਸ਼ਤ। ਉਹ ਯਾਦਾਸ਼ਤ ਸਾਡੇ ਜੀਨਸ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਆ, ਸਾਡੇ DNA ਦੇ ਵਿੱਚ ਹਮੇਸ਼ਾ ਹੀ ਰਹਿੰਦੀ ਆ। ਉਹ ਯਾਦਾਸ਼ਤ ਹੈ ਜਿਹੜੀ ਜਦੋਂ ਅਸੀਂ ਉਹਨੂੰ ਕੁਦਰਤੀ ਖਾਣੇ ਦੇਣ ਲੱਗ ਜਾਂਦੇ ਆ ਉਹਦੀ ਯਾਦਾਸ਼ਤ ਵਾਪਸ ਆ ਜਾਂਦੀ ਆ। ਫਿਲਮਾਂ 'ਚ ਤੁਸੀਂ ਦੇਖਿਆ ਹੋਣਾ ਕਿ ਪਿਛਲਾ ਜਨਮ ਜੀ ਕਿੰਨੇ ਹਜ਼ਾਰ ਸਾਲ ਪਹਿਲਾਂ ਉਹ ਬੰਦਾ ਉੱਥੇ ਪਹੁੰਚ ਜਾਂਦਾ ਹੈ, ਉਹ ਚੀਜ਼ ਉਵੇਂ ਹੀ ਇਹਨਾਂ ਦੀ ਵੀ ਇੱਕ ਯਾਦਾਸ਼ਤ ਹੁੰਦੀ ਹੈ, ਉਹ ਵਾਪਸ ਆ ਜਾਂਦੀ ਹੈ ਜੀਨਸ ਦੀ। ਠੀਕ ਹੈ, ਜਦੋਂ ਉਹ ਯਾਦਾਸ਼ਤ ਅਸੀਂ ਵਾਪਸ ਉਹਨੂੰ ਉਹ ਚੀਜ਼ ਯਾਦ ਕਰਾਤੀ ਕਿ ਸਾਡਾ ਇਹ ਫੂਡ ਸੀਗਾ, ਅਸੀਂ ਇਹਦੇ ਤੋਂ ਹੀ ਉਪਜੇ ਹਾਂ, ਅਸੀਂ ਇਹਦੇ ਤੋਂ ਹੀ ਬਣੇ ਹਾਂ, ਸਾਡਾ ਸਰੀਰ ਆਟੋਮੈਟਿਕਲੀ ਕੀਟੋ ਡਾਈਟ ਤੁਹਾਨੂੰ ਤੁਹਾਡੇ ਆਈਡੀਅਲ weight ਦੇ ਉੱਤੇ ਲੈ ਆਊਗੀ। ਉਹ ਕੁਝ ਵੀ ਹੋ ਸਕਦਾ, ਚਾਹੇ 40 ਹੋਵੇ, ਚਾਹੇ 60 ਹੋਵੇ, ਚਾਹੇ 70 75 ਜੋ ਵੀ ਹੋਵੇ, ਜਿੰਨਾ ਮਤਲਬ ਤੁਹਾਨੂੰ ਜਿਹਨੂੰ ਕਹਿੰਦੇ ਆ ਵੀ ਵੱਧ ਤੋਂ ਵੱਧ ਜੀ 'ਚ ਤੁਸੀਂ ਸੋਹਣੇ ਲੱਗ ਸਕਦੇ ਆ, ਉਸ ਫਿਗਰ ਦੇ ਵਿੱਚ ਇਹ ਤੁਹਾਨੂੰ ਲੈ ਕੇ ਆਵੇਗੀ। ਤੁਹਾਨੂੰ ਉਹ ਜ਼ਬਰਦਸਤੀ ਬਣਾਉਣੀ ਨਹੀਂ ਪਵੇਗੀ, ਕੋਈ ਟ੍ਰੀਟਮੈਂਟ ਨਹੀਂ ਕਰਾਉਣੀ ਪਵੇਗੀ। ਸੋ ਬੇਸਿਕਲੀ ਇਹੀ ਹੁੰਦਾ ਹੈ ਆਈਡੀਅਲ weight ਮੇਰੀ ਨਜ਼ਰ ਦੇ ਵਿੱਚ ਤੇ ਕੀਟੋ ਇੱਕ ਕੁਦਰਤ ਦੀ ਨਜ਼ਰ ਦੇ ਵਿੱਚ। ਠੀਕ ਹੈ, ਜਾਨਵਰ ਆਪਾਂ ਦੇਖੇ ਆ, ਉਹਨਾਂ ਦਾ ਕੋਈ ਆਈਡੀਅਲ weight ਨਹੀਂ ਹੁੰਦਾ। ਉਹ ਆਪਦਾ ਨੇਚਰ ਨਾਲ ਜੁੜੇ ਹੋਏ ਆ, ਕੁਦਰਤ ਉਹਨਾਂ ਨੂੰ ਦੇ ਰਹੀ ਹੈ, ਉਹ ਖਾ ਰਹੇ ਆ, ਆਪੇ ਹੀ ਕੁਦਰਤ ਉਹਨਾਂ ਨੂੰ ਉਸੇ ਪ੍ਰਪੋਰਸ਼ਨ ਦੇ ਵਿੱਚ ਰੱਖਦੀ ਹੈ। ਜਿੰਨੇ ਮਸਲ ਉਹਨਾਂ ਨੂੰ ਚਾਹੀਦੇ ਹੁੰਦੇ, ਉਹਨਾਂ ਨੂੰ ਜਿੰਨੀ ਫੈਟ ਚਾਹੀਦੀ ਹੁੰਦੀ ਹੈ। ਐਨੀਮਲਸ ਨੂੰ ਦੇਖੋ, ਠੀਕ ਹੈ ਨਾ, ਉਹ ਅਨਨੈਚੁਰਲ ਚੀਜ਼ਾਂ ਜਦੋਂ ਖਾਂਦੇ ਆ, ਕੁਛ ਆਪਾਂ ਦੇਖਦੇ ਹਾਂ ਕਈ ਵਾਰੀ ਜਾਨਵਰ ਆ ਉਹ ਬਿਮਾਰ ਹੁੰਦੇ ਆ, ਉਹ ਇਸੇ ਕਰਕੇ ਹੁੰਦੇ ਆ। ਉਹੀ ਬਿਮਾਰੀ ਸਾਨੂੰ ਆ, ਸਾਨੂੰ ਸਿਰਫ ਆਪਾਂ ਕਈ ਵਾਰੀ ਦਵਾਈਆਂ ਤੇ ਨਿਰਭਰ ਹੋ ਜਾਂਦੇ, ਪਤਾ ਨਹੀਂ ਮੈਨੂੰ ਕਿਉਂ ਹੋ ਰਿਹਾ ਇਹ ਚੀਜ਼, ਮੈਨੂੰ ਇਹ ਪ੍ਰੋਬਲਮਾਂ ਕਿਉਂ ਹੋ ਰਹੀਆਂ। ਸੋ ਪ੍ਰੋਬਲਮਾਂ ਸਿੰਪਲ ਹੈ ਕਿ ਅਸੀਂ ਕੁਦਰਤ ਦੀ ਰਿਸਪੈਕਟ ਕਰਨੀ ਭੁੱਲ ਗਏ, ਇਸ ਕਰਕੇ ਕੁਦਰਤ ਨੂੰ ਭੁੱਲ ਗਏ, ਇਸ ਕਰਕੇ ਸਾਡਾ ਸਰੀਰ, ਠੀਕ ਆ, ਇਹ ਇਹਨਾਂ ਦੁੱਖਾਂ ਦੇ ਵਿੱਚੋਂ ਲੰਘਦਾ ਹੈਗਾ। ਜੇ ਅਸੀਂ ਕੁਦਰਤ ਨਾਲ ਜੁੜ ਜਾਂਦੇ ਹਾਂ, ਕੁਦਰਤ ਸਾਨੂੰ ਆਪੇ ਹੀ, ਠੀਕ ਹੈ, ਜਿੱਦਾਂ ਸਾਨੂੰ ਰੱਬ ਨੇ ਬਣਾਇਆ, ਕੁਦਰਤ ਨੇ ਬਣਾਇਆ, ਉਸੇ ਰੂਪ ਦੇ ਵਿੱਚ ਢਾਲ ਦੇਵੇਗੀ ਤੇ ਥੋੜੇ ਹੀ ਸਮੇਂ ਦੇ ਵਿੱਚ
ਤਾਂ ਹੋ ਸਕਦਾ ਤੁਸੀਂ ਮੇਰੀ ਇਸ ਗੱਲ ਤੋਂ ਤੁਸੀਂ ਵੀ ਸ਼ਾਇਦ ਸੰਤੁਸ਼ਟ ਹੋਵੋਗੇ। ਤਾਂ ਕਰਕੇ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੈ, ਜੇ ਹਜੇ ਤੱਕ ਤੁਸੀਂ ਕੀਟੋ ਡਾਈਟ ਸ਼ੁਰੂ ਨਹੀਂ ਕੀਤੀ ਤਾਂ ਇਹਨੂੰ ਕਰੋ ਤੇ ਖਾਓ ਪੀਓ ਐਸ਼ ਕਰੋ। ਅਸੀਂ ਖਾਣ ਪੀਣ ਹੀ ਆਏ ਹਾਂ ਇਸ ਦੁਨੀਆ ਦੇ ਵਿੱਚ, ਠੀਕ ਹੈ, ਪਰ ਸਹੀ ਖਾਣ ਆਏ ਹਾਂ। ਕੁਦਰਤ ਨਾਲ ਜੁੜੋ ਤੇ ਜੋ ਤੁਹਾਡੇ ਸੁਪਨੇ ਹੈਗੇ ਆ ਉਹਨਾਂ ਨੂੰ ਸਾਕਾਰ ਕਰੋ। ਇਹੀ ਕਹਿੰਦਾ ਹੋਇਆ ਮੈਂ ਦਿਲਮੋਹਨਜੀਤ ਸਿੰਘ ਕੀਟੋ ਪੰਜਾਬੀ ਆਪ ਸਭ ਦਾ ਇੱਕ ਵਾਰ ਫੇਰ ਤੋਂ ਮੇਰੇ ਵੀਡੀਓਜ਼ ਨੂੰ ਲਾਈਕ ਅਤੇ ਕਮੈਂਟ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸਤਿ ਸ੍ਰੀ ਅਕਾਲ।